ਦੋ ਗੁਰਸਿੱਖਾਂ ਦੀ ਮੁਲਾਕਾਤ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਰਾਗ ਸੂਹੀ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ। ਸੂਹੀ ਮਹੱਲਾ ਪੰਜਵਾਂ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ। ਇਹੋ ਮਨ ਤੈਕੂ ਦੇਵਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਤ ਮਾਰਗ ਚੱਲੇ ਭਾਈੜੇ ਗੁਰ ਕਹੈ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਓ ਜੀਓ। ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਵ ਜੀਓ। ਮੈਂ ਬੋੜ ਨਾ ਤ੍ਰਿਸ਼ਨਾ ਭੁਖੜੀ ਹੋ ਰੱਜਾ ਤ੍ਰਿਪਤ ਅਗਾਏ ਜੀਓ। ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਜਿਸ ਵਿੱਚ ਦੱਸਿਆ ਹੈ ਕਿ ਗੁਰਸਿੱਖ ਆਪਸ ਵਿੱਚ ਜਦੋਂ ਮਿਲਿਆ ਕਰਨਗੇ ਤਾਂ ਕਿਸ ਭਾਵਨਾ ਨਾਲ ਮਿਲਣਗੇ ਔਰ ਮਿਲ ਕੇ ਇੱਕ ਦੂਸਰੇ ਤੋਂ ਕੀ ਪੁੱਛਣਗੇ ਔਰ ਕੀ ਦੱਸਣਗੇ। ਇਸ ਸ਼ਬਦ ਵਿੱਚ ਇੱਕ ਗੁਰਸਿੱਖ ਦੂਸਰੇ ਗੁਰਸਿੱਖ ਨੂੰ ਮਿਲਦਾ ਹੈ ਔਰ ਅਤਿਅੰਤ ਸਤਿਕਾਰ ਨਾਲ ਅਤਿਅੰਤ ਸ਼ਰਧਾ ਨਾਲ ਦੂਸਰੇ ਗੁਰਸਿੱਖ ਤੋਂ ਪੁੱਛਦਾ ਹੈ ਵੀ ਹੇ ਗੁਰਸਿੱਖ, ਮੈਂ ਤੇਰੇ ਸਰੀਰ ਨੂੰ ਨਮਸਕਾਰ ਨਹੀਂ ਕਰਦਾ, ਪਰ ਮੈਂ ਇਸ ਸਰੀਰ ਵਿੱਚ ਰਹਿ ਕੇ ਜੋ ਤੂੰ ਗੁਰਸਿੱਖੀ ਦੀ ਕਮਾਈ ਕੀਤੀ ਹੈ ਮੈਂ ਉਸ ਕਮਾਈ ਨੂੰ ਨਮਸਕਾਰ ਕਰਦਾ। ਮੈਂ ਤੇਰੇ ਅੱਗੇ ਆਪਣੇ ਦਿਲ ਦੀ ਲੁਕੀ ਪੀੜ ਪ੍ਰਗਟ ਕਰਦਾ ਹਾਂ ਕਿ ਮੈਨੂੰ ਅਜੇ ਤੱਕ ਗੁਰੂ ਸੱਜਣ ਨਹੀਂ ਮਿਲੇ। ਗੁਰੂ ਸੱਜਣ ਤੋਂ ਮੇਰਾ ਮਤਲਬ ਗੁਰੂ ਉਪਦੇਸ਼ ਦਾ ਹੈ। ਮੈਨੂੰ ਅਜੇ ਤੱਕ ਗੁਰੂ ਉਪਦੇਸ਼ ਦੀ ਸਮਝ ਨਹੀਂ ਆਈ, ਜਿਸ ਕਰਕੇ ਮੇਰਾ ਮਨ ਅਜੇ ਵੀ ਭਟਕਦਾ ਰਹਿੰਦਾ ਹੈ। ਜਦ ਤੱਕ ਮਨ ਦੀ ਭਟਕਣਾ ਬੰਦ ਨਾ ਹੋਵੇ ਤਦ ਤੱਕ ਮਨ ਦੇ ਪਿੱਛੇ ਰਹਿਣ ਵਾਲੀ ਮਹਾਨ ਸੱਚਾਈ ਸ਼੍ਰੀ ਵਾਹਿਗੁਰੂ ਜੀ ਦੇ ਦੀਦਾਰ ਨਹੀਂ ਹੋ ਸਕਦਾ। ਕਿ ਮੈਨੂੰ ਅਜੇ ਤੱਕ ਗੁਰੂ ਉਪਦੇਸ਼ ਦੀ ਸਮਝ ਨਹੀਂ ਆਈ, ਜਿਸ ਕਰਕੇ ਮੇਰਾ ਮਨ ਅਜੇ ਵੀ ਭਟਕਦਾ ਰਹਿੰਦਾ ਹੈ। ਔਰ ਜਦ ਤੱਕ ਮਨ ਦੀ ਭਟਕਣਾ ਬੰਦ ਨਾ ਹੋਵੇ ਤਦ ਮਨ ਦੇ ਪਿੱਛੇ ਰਹਿਣ ਵਾਲੀ ਮਹਾਨ ਸੱਚਾਈ ਸ਼੍ਰੀ ਵਾਹਿਗੁਰੂ ਜੀ ਦੇ ਦੀਦਾਰ ਨਹੀਂ ਹੋ ਸਕਦੇ। ਇਸ ਕਰਕੇ ਇਹ ਮਨ ਤੇਰੇ ਪੇਸ਼ ਕਰਦਾ, ਤੂੰ ਇਸ ਵਿੱਚੋਂ ਜੋ ਜੋ ਮੇਰੇ ਗਲਤ ਨਿਸ਼ਚੇ ਹਨ ਉਹਨਾਂ ਨੂੰ ਕੱਢ ਦੇ ਔਰ ਜੋ ਜੋ ਗੁਰਮਤਿ ਦੇ ਵਿਗਿਆਨਿਕ ਸਦੀਵੀ ਸੱਚੇ ਔਰ ਸੁੱਚੇ ਨਿਸ਼ਚੇ ਹਨ ਉਹ ਭਰ ਦੇ। ਮੈਂ ਤੇਰੇ ਦੱਸੇ ਅਨੁਸਾਰ ਅੱਗੇ ਤੋਂ ਜੀਵਨ ਬਤੀਤ ਕਰਨ ਦਾ ਪ੍ਰਣ ਕਰਦਾ। ਮੈਨੂੰ ਗੁਰੂ ਮਾਰਗ ਦੱਸ ਦੇ ਔਰ ਉਸ ਤੇ ਤੁਰਨਾ ਸਿਖਾ ਦੇ। ਮੈਂ ਇਸ ਮਨ ਦੇ ਹੱਥੋਂ ਅਨੇਕ ਜਨਮ ਭਟਕ ਚੁੱਕਿਆ। ਹੁਣ ਮੈਂ ਤੇਰੀ ਸ਼ਰਨ ਵਿੱਚ ਇਸ ਭਰੋਸੇ ਔਰ ਉਤਸ਼ਾਹ ਨਾਲ ਆਇਆ ਹਾਂ ਕਿ ਤੂੰ ਮੇਰੀ ਸਹਾਇਤਾ ਕਰੇਂਗਾ, ਗੁਰਮਤਿ ਦਾ ਅਸਲੀ ਭੇਦ ਸਮਝਾਏਂਗਾ। ਜਿਸ ਭੇਦ ਨੂੰ ਸਮਝ ਕੇ ਮੈਂ ਵੀ ਗੁਰਸਿੱਖ ਬਣਨ ਦੇ ਯੋਗ ਹੋ ਜਾਵਾਂਗਾ ਔਰ ਗੁਰਸਿੱਖ ਬਣਨ ਨਾਲ ਮੇਰੇ ਸਰਬ ਪ੍ਰਕਾਰ ਦੇ ਦੁੱਖ ਨਿਵਰਤ ਹੋ ਜਾਣਗੇ। ਮੈਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋਣਗੇ ਔਰ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦਾ ਰੂਪ ਬਣਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਵੇਗਾ। ਇਹ ਪੁੱਛਣ ਵਾਲੇ ਗੁਰਸਿੱਖ ਦੀ ਸਾਰੀ ਗੱਲ ਸੁਣ ਕੇ ਦੂਸਰਾ ਗੁਰਸਿੱਖ ਪੂਰੇ ਪਿਆਰ, ਸਤਿਕਾਰ, ਨਿਮਰਤਾ ਔਰ ਸ਼ੁਭ ਇੱਛਾ ਨਾਲ ਇਸ ਪ੍ਰਕਾਰ ਜਵਾਬ ਦਿੰਦਾ ਹੈ ਕਿ ਹੈ ਮੇਰੇ ਗੁਰੂ ਕੇ ਪਿਆਰੇ ਗੁਰਸਿੱਖ, ਮੈਂ ਜੋ ਕੁਝ ਦੱਸਣ ਲੱਗਾ ਇਹ ਮੈਂ ਆਪਣੇ ਵੱਲੋਂ ਨਹੀਂ ਸਗੋਂ ਸਤਿਗੁਰ ਜੀ ਦੇ ਦੱਸੇ ਰਸਤੇ ਨੂੰ ਜਿਵੇਂ ਸਤਿਗੁਰ ਦੀ ਬਖਸ਼ੀ ਸਮਝ ਅਨੁਸਾਰ ਸਮਝ ਸਕਿਆ ਹਾਂ ਉਹ ਬਿਆਨ ਕਰਦਾ। ਹੇ ਵੀਰ, ਗੁਰੂ ਦਾ ਮਾਰਗ ਪਹਿਲੇ ਸਮਝ ਵਿੱਚ ਆਉਣਾ ਹੈ, ਫਿਰ ਇਸ ਤੇ ਚੱਲੀਦਾ ਹੈ ਔਰ ਚੱਲਣ ਤੋਂ ਬਾਅਦ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਤੱਕ ਪਹੁੰਚੀਦਾ ਹੈ। ਗੁਰੂ ਮਾਰਗ ਤੇ ਚੱਲਣ ਲਈ ਮਨ ਦੇ ਗਲਤ ਨਿਸ਼ਚੇ ਤਿਆਗਣੇ, ਗੁਰੂ ਦੇ ਵਿਗਿਆਨਿਕ ਔਰ ਸੱਚੇ ਨਿਸ਼ਚੇ ਧਾਰਨ ਕਰਨੇ ਅਤਿਅੰਤ ਜ਼ਰੂਰੀ ਸ਼ਰਤ ਹੈ। ਜੋ ਗੁਰਸਿੱਖ ਮਨ ਦੇ ਗਲਤ ਨਿਸ਼ਚੇ ਕਾਇਮ ਰੱਖ ਕੇ ਗੁਰੂ ਮਾਰਗ ਤੇ ਚੱਲਣਾ ਚਾਹੇ ਉਹ ਕਦੀ ਚੱਲ ਨਹੀਂ ਸਕੇਗਾ।
ਨਿਸ਼ਚੇ ਇੱਕ ਬੁਨਿਆਦ ਹਨ ਜਿਨ੍ਹਾਂ ਉੱਤੇ ਗੁਰਸਿੱਖੀ ਦਾ ਮਹਿਲ ਉਸਾਰਿਆ ਜਾਂਦਾ ਹੈ। ਜੇਕਰ ਮਨ ਦੇ ਗਲਤ ਨਿਸ਼ਚੇ ਕਾਇਮ ਰੱਖ ਕੇ ਗੁਰਸਿੱਖ ਬਣਨ ਦੀ ਕੋਸ਼ਿਸ਼ਾਂ ਕੀਤੀ ਜਾਣ ਤਾਂ ਉਸੇ ਤਰ੍ਹਾਂ ਅਸਫਲ ਹੁੰਦੀਆਂ ਹਨ, ਜਿਸ ਤਰ੍ਹਾਂ ਕਿ ਗਲਤ ਔਰ ਵਿੰਗੀ ਬੁਨਿਆਦ ਉੱਤੇ ਉਸਾਰਿਆ ਮਕਾਨ ਹਮੇਸ਼ਾ ਗਲਤ ਔਰ ਵਿੰਗਾ ਉਸਰਦਾ ਹੈ। ਜਦ ਤੱਕ ਮਨ ਦੀਆਂ ਗਲਤ ਮਤਾਂ ਦਾ ਤਿਆਗ ਨਾ ਹੋਵੇ, ਗੁਰੂ ਦੀ ਵਿਗਿਆਨਿਕ ਮਤ ਜਾਂ ਉਪਦੇਸ਼ ਦਾ ਮਨ ਵਿੱਚ ਨਿਵਾਸ ਨਹੀਂ ਹੋ ਸਕਦਾ। ਇਸ ਲਈ ਜੇ ਤੂੰ ਗੁਰੂ ਮਾਰਗ ਤੇ ਚੱਲ ਕੇ ਕਿਤੇ ਪਹੁੰਚਣਾ ਚਾਹੁੰਦਾ ਹੈ ਤਾਂ ਮਨਮਤ ਜਾਂ ਮਨ ਦੇ ਗਲਤ ਨਿਸ਼ਚਿਆਂ ਦਾ ਪੂਰਨ ਤਿਆਗ ਕਰਕੇ ਗੁਰੂ ਦੀ ਮਤ ਜਾਂ ਗੁਰੂ ਦੇ ਸੱਚੇ ਨਿਸ਼ਚਿਆਂ ਨੂੰ ਪੂਰਨ ਤੌਰ ਤੇ ਧਾਰਨ ਕਰ। ਤਦ ਔਰ ਕੇਵਲ ਤਦ ਹੀ ਤੂੰ ਗੁਰੂ ਮਾਰਗ ਤੇ ਅਸਲ ਅਰਥਾਂ ਵਿੱਚ ਚੱਲ ਸਕੇਗਾ, ਔਰ ਤਦ ਹੀ ਕੇਵਲ ਤੇਰੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨ ਔਰ ਮਿਲਾਪ ਦੀ ਯੋਗਤਾ ਪੈਦਾ ਹੋਵੇਗੀ। ਹੁਣ ਪੁੱਛਣ ਵਾਲਾ ਗੁਰਸਿੱਖ ਡਾਢੇ ਸਤਿਕਾਰ ਔਰ ਨਿਮਰਤਾ ਨਾਲ ਪੁੱਛਦਾ ਹੈ, ਗੁਰਸਿੱਖ ਤੂੰ ਇਹ ਬੜੀ ਅਜੀਬ ਗੱਲ ਦੱਸੀ ਹੈ। ਮੈਂ ਤੇ ਮਨ ਦੇ ਨਿਸ਼ਚਿਆਂ ਦੀ ਬੁਨਿਆਦ ਉੱਤੇ ਅੱਜ ਤੱਕ ਗੁਰਸਿੱਖ ਜਾਂ ਗੁਰਮਤ ਦਾ ਮਹਿਲ ਉਸਾਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੇਰਾ ਖਿਆਲ ਸੀ ਕਿ ਮਨ ਦੇ ਨਿਸ਼ਚੇ ਭਾਵੇਂ ਕਾਇਮ ਰਹਿਣ, ਫਿਰ ਵੀ ਮੈਂ ਪੂਰਨ ਗੁਰਸਿੱਖ ਬਣ ਸਕਾਂਗਾ। ਪਰ ਹੁਣ ਮੈਨੂੰ ਸਮਝ ਆ ਗਈ ਹੈ ਕਿ ਮਨ ਦੇ ਨਿਸ਼ਚਿਆਂ ਨੂੰ ਕਾਇਮ ਰੱਖ ਕੇ ਅਸਲ ਅਰਥਾਂ ਵਿੱਚ ਗੁਰਸਿੱਖ ਬਣ ਸਕਣਾ ਜਾਂ ਵਾਹਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਸਕਣਾ ਅਸੰਭਵ ਹੈ। ਇਹ ਗੁਰਸਿੱਖ ਹੁਣ ਮੇਰੇ ਤੇ ਕਿਰਪਾ ਕਰ ਔਰ ਖੋਲ੍ਹ ਕੇ ਸਮਝਾ ਕਿ ਮਨ ਦੇ ਗਲਤ ਨਿਸ਼ਚੇ ਕੀ ਹਨ ਔਰ ਗੁਰੂ ਦੇ ਸੱਚੇ ਸੁੱਚੇ ਨਿਸ਼ਚੇ ਕਿਹੜੇ ਹਨ। ਮਨ ਦੇ ਗਲਤ ਨਿਸ਼ਚਿਆਂ ਨੂੰ ਕਿਵੇਂ ਤਿਆਗਾਂ ਔਰ ਗੁਰੂ ਦੇ ਦਰੁਸਤ ਨਿਸ਼ਚਿਆਂ ਨੂੰ ਕਿਵੇਂ ਧਾਰਨ ਕਰਾਂ। ਦੱਸਣ ਵਾਲੇ ਗੁਰਸਿੱਖ ਨੇ ਹੱਥ ਜੋੜ ਕੇ ਇਸ ਤਰ੍ਹਾਂ ਆਖਿਆ, ਗੁਰੂ ਕੇ ਪਿਆਰੇ, ਹੇ ਮੇਰੇ ਵੀਰ, ਵੈਸੇ ਤਾਂ ਮਨ ਦੇ ਸਾਰੇ ਹੀ ਨਿਸ਼ਚੇ ਗਲਤ ਹਨ, ਪਰ ਮਨ ਦੇ ਇਹ 6 ਨਿਸ਼ਚੇ ਜੋ ਮੈਂ ਤੈਨੂੰ ਦੱਸਦਾ ਹਾਂ, ਇਹ ਮਨ ਦੇ ਮੁੱਢਲੇ ਗਲਤ ਨਿਸ਼ਚੇ ਕਹੇ ਜਾ ਸਕਦੇ ਹਨ। ਮਨ ਦੇ ਇਹਨਾਂ 6 ਨਿਸ਼ਚਿਆਂ ਦੇ ਮੁਕਾਬਲੇ ਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ 6 ਦਰੁਸਤ ਔਰ ਵਿਗਿਆਨਿਕ ਸੱਚੇ ਸੁੱਚੇ ਨਿਸ਼ਚੇ ਹਨ। ਮਨ ਦੇ ਗਲਤ ਨਿਸ਼ਚੇ ਜਦੋਂ ਸਮਝ ਔਰ ਵਿਚਾਰ ਦੀ ਕਸਵੱਟੀ ਤੇ ਗਲਤ ਨਿਕਲਣ ਔਰ ਇਹਨਾਂ ਦੇ ਗਲਤ ਹੋਣ ਸੰਬੰਧੀ ਯਕੀਨ ਆ ਜਾਵੇ, ਤਦ ਇਹਨਾਂ ਦਾ ਤਿਆਗ ਹੋ ਸਕਦਾ ਹੈ। ਉਸ ਤਰ੍ਹਾਂ ਤੇ ਕਹਿੰਦੇ ਮਨ ਦੇ ਸਾਰੇ ਹੀ ਨਿਸ਼ਚੇ ਗਲਤ ਹਨ, ਪਰ ਮਨ ਦੇ ਇਹ 6 ਨਿਸ਼ਚੇ ਜੋ ਤੈਨੂੰ ਮੈਂ ਦੱਸਦਾ, ਇਹ ਮਨ ਦੇ ਮੁੱਢਲੇ ਗਲਤ ਨਿਸ਼ਚੇ ਕਹੇ ਜਾ ਸਕਦੇ ਹਨ। ਮਨ ਦੇ ਇਹਨਾਂ 6 ਨਿਸ਼ਚਿਆਂ ਦੇ ਮੁਕਾਬਲੇ ਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ 6 ਦਰੁਸਤ ਔਰ ਵਿਗਿਆਨਿਕ ਸੱਚੇ ਸੁੱਚੇ ਨਿਸ਼ਚੇ ਹਨ। ਔਰ ਮਨ ਦੇ ਗਲਤ ਨਿਸ਼ਚੇ ਜਦੋਂ ਸਮਝ ਔਰ ਵਿਚਾਰ ਦੀ ਕਸਵੱਟੀ ਤੇ ਗਲਤ ਨਿਕਲ ਜਾਣ ਔਰ ਇਹਨਾਂ ਦੇ ਗਲਤ ਹੋਣ ਸੰਬੰਧੀ ਯਕੀਨ ਆ ਜਾਵੇ, ਤਾਂ ਇਹਨਾਂ ਦਾ ਤਿਆਗ ਹੋ ਸਕਦਾ ਹੈ। ਜਦੋਂ ਅੰਦਰੋਂ ਕਲੀਅਰ ਹੋ ਜਾਏ ਵੀ ਇਹ ਗਲਤ ਹੈ ਮਨ ਦੀ ਕਸਵੱਟੀ ਤੇ, ਤਾਂ ਇਹਨਾਂ ਦਾ ਤਿਆਗ ਹੋ ਸਕਦਾ ਹੈ। ਗੁਰੂ ਦੇ ਦਰੁਸਤ ਔਰ ਵਿਗਿਆਨਿਕ ਨਿਸ਼ਚਿਆਂ ਦੀ ਸੱਚਾਈ ਜਦੋਂ ਵਿਚਾਰ ਦੀ ਕਸਵੱਟੀ ਤੇ ਦਰੁਸਤ ਨਿਕਲੇ, ਤਾਂ ਗੁਰੂ ਦੇ ਨਿਸ਼ਚਿਆਂ ਦੇ ਦਰੁਸਤ ਹੋਣ ਦਾ ਯਕੀਨ ਆ ਜਾਵੇ, ਤਦ ਉਹਨਾਂ ਨੂੰ ਕਰ ਸਕੀਦਾ ਹੈ। ਮਨ ਦੇ ਗਲਤ ਨਿਸ਼ਚੇ ਨੂੰ ਗਲਤ ਸਮਝਣਾ ਹੋਰ ਗੱਲ ਹੈ ਔਰ ਇਹਨਾਂ ਦਾ ਤਿਆਗ ਕਰਨਾ ਹੋਰ ਗੱਲ ਹੈ। ਇਸੇ ਤਰ੍ਹਾਂ ਗੁਰੂ ਦੇ ਸੱਚੇ ਸੁੱਚੇ ਨਿਸ਼ਚਿਆਂ ਨੂੰ ਦਰੁਸਤ ਸਮਝਣਾ ਜਾਂ ਆਖਣਾ ਹੋਰ ਗੱਲ ਹੈ ਔਰ ਉਹਨਾਂ ਨੂੰ ਧਾਰਨ ਕਰਨਾ ਹੋਰ ਗੱਲ ਹੈ। ਮਨ ਦੇ ਮੁੱਢਲੇ 6 ਨਿਸ਼ਚੇ ਔਰ ਉਹਨਾਂ ਦੇ ਮੁਕਾਬਲੇ ਵਿੱਚ ਗੁਰੂ ਦੇ ਦਰੁਸਤ ਔਰ ਵਿਗਿਆਨਿਕ ਸੱਚੇ ਸੁੱਚੇ 6 ਨਿਸ਼ਚੇ ਇਸ ਪ੍ਰਕਾਰ ਹਨ। ਪਹਿਲਾ, ਮਨਮਤ ਜਾਂ ਮਨ ਦੇ ਗਲਤ ਨਿਸ਼ਚੇ। ਦੂਸਰੇ ਪਾਸੇ ਲਿਖਿਆ ਗੁਰਮਤ ਜਾਂ ਗੁਰੂ ਦੇ ਸੱਚੇ ਸੁੱਚੇ ਨਿਸ਼ਚੇ। ਪਹਿਲਾ ਗਲਤ ਨਿਸ਼ਚਾ ਹੈ ਕਿ ਮੈਂ ਸਰੀਰ ਹਾਂ। ਗੁਰਮਤ ਦਾ ਗੁਰੂ ਦੇ ਸੱਚੇ ਸੁੱਚੇ ਨਿਸ਼ਚੇ ਹੈ ਵੀ ਤੂੰ ਸਰੀਰ ਨਹੀਂ, ਤੂੰ ਜੋਤ ਹੈ, ਆਤਮਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਸਰਾ, ਮੈਂ ਸਰੀਰ ਦਾ ਪੁੱਤਰ ਹਾਂ, ਮੇਰੇ ਮਾਤਾ ਪਿਤਾ ਵੀ ਸਰੀਰ ਹਨ। ਗੁਰਮਤ ਦਾ ਨਿਸ਼ਚਾ ਹੈਗਾ ਤੇਰੇ ਮਾਤਾ ਪਿਤਾ ਸ਼੍ਰੀ ਵਾਹਿਗੁਰੂ ਜੀ ਹਨ, ਤੂੰ ਸ਼੍ਰੀ ਵਾਹਿਗੁਰੂ ਜੀ ਦਾ ਪੁੱਤਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। नीचे लिखा है तुम मात पिता हम बारक तेरे। तीसरा गलत निश्चय,
ਇਹ ਸਰੀਰ ਮੇਰਾ ਹੈ, ਇਸ ਵਿੱਚ ਅਕਲ, ਸੋਚ, ਵਿਚਾਰ ਮੇਰੀ ਹੈ। ਅਕਲ ਨਾਲ ਜੋ ਦੌਲਤ ਕਮਾਈ ਹੈ ਸਭ ਮੇਰੀ ਹੈ, ਔਰ ਦੌਲਤ ਨਾਲ ਜੋ ਜਾਇਦਾਦ, ਕੋਠੀਆਂ, ਮੋਟਰਾਂ ਬਣਾਈਆਂ ਹਨ ਉਹ ਸਭ ਮੇਰੀਆਂ ਹਨ। ਪਰਿਵਾਰ ਮੇਰਾ ਹੈ, ਰਸੂਖ ਮੇਰਾ ਹੈ। ਗਲਤ ਨਿਸ਼ਚਾ। ਹੁਣ ਇਹ ਠੀਕ ਨਿਸ਼ਚਾ ਕੀ ਹੈ? ਇਹ ਸਰੀਰ, ਅਕਲ ਔਰ ਦੌਲਤ ਸਭ ਵਾਹਿਗੁਰੂ ਜੀ ਦੀਆਂ ਦਾਤਾਂ ਹਨ, ਜੋ ਕੁਝ ਸਮੇਂ ਲਈ ਵਰਤਣ ਵਾਸਤੇ ਮੈਨੂੰ ਮਿਲੀਆਂ ਹਨ। ਔਰ ਦੌਲਤ ਨਾਲ ਜੋ ਤੂੰ ਜਾਇਦਾਦ ਪੈਦਾ ਕੀਤੀ ਹੈ, ਮੰਦਰ, ਮਾੜੀਆਂ ਉਸਾਰੀਆਂ ਹਨ, ਉਹ ਸਭ ਵਾਹਿਗੁਰੂ ਜੀ ਦੇ ਹਨ। ਤੈਨੂੰ ਕੁਝ ਸਮੇਂ ਲਈ ਰਹਿਣ ਵਰਤਣ ਲਈ ਸ਼੍ਰੀ ਵਾਹਿਗੁਰੂ ਜੀ ਵੱਲੋਂ ਮਿਲੀਆਂ ਹਨ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਜਿਉ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਹੁਣ ਮਨ ਦਾ ਗਲਤ ਨਿਸ਼ਚਾ ਹੋਰ ਕਿਹੜਾ ਹੈ? ਆਪਣੇ ਕਾਇਮ ਰੱਖਣ ਦੀ, ਰੋਜੀ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ। ਜੇ ਮੈਂ ਫਿਕਰ ਚਿੰਤਾ ਨਾ ਕਰਾਂ ਤਾਂ ਮੈਨੂੰ ਰੋਜੀ ਨਹੀਂ ਮਿਲੇਗੀ, ਔਰ ਮੈਂ ਔਰ ਮੇਰਾ ਪਰਿਵਾਰ ਭੁੱਖੇ ਮਰ ਜਾਵਾਂਗੇ। ਹੁਣ ਗੁਰਮਤਿ ਦਾ ਸੱਚਾ ਨਿਸ਼ਚਾ ਕੀ ਹੈ? ਤੇਰੇ ਜਨਮ ਤੋਂ ਪਹਿਲਾਂ ਤੇਰਾ ਰਿਜ਼ਕ ਔਰ ਤੇਰੇ ਕਾਇਮ ਰੱਖਣ ਦੇ ਹੋਰ ਸਮਾਨ ਵਾਹਿਗੁਰੂ ਜੀ ਨੇ ਪੂਰੇ ਕੀਤੇ ਹਨ। ਤੂੰ ਉਦਮ ਕਰ, ਪਰ ਤੈਨੂੰ ਚਿੰਤਾ ਔਰ ਫਿਕਰ ਕਰਨ ਦੀ ਲੋੜ ਨਹੀਂ। ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜਨ ਤੂ ਪਾਹਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ में जन तू पायन तिना भी रोजी दे। 84 लख जून उपाई, रिजक दिया सब हूँ को तद का। साहिब मेरा मेहरबान, जी सगल को दे दान। तू काहे डोल है प्राणियाँ, तुद राखेगा सिरजनहार। जिन पैदाइश तू किया, सोई दे आधार। हुण पंजवां मन दा गलत निश्चा। 6 मोटे दसे हैं गलत निश्चय, उन्हां चों पंजवां संसारिक जीवन सदा कायम रहेगा। मैं सदा संसार ते कायम रहांगा। गुरमत दा निश्चय, संसारिक जीवन एक सफ़र है। तू मुसाफिर है, तू किते चलिया और किते पहुँचना है, और ਇਹ ਸੰਸਾਰ ਤੇਰੇ ਸਫ਼ਰ ਵਿਚਕਾਰ ਇੱਕ ਪੜਾਅ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਅਧ ਪੰਧੈ ਹੈ ਸੰਸਾਰੋਵਾ। ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। 6ਵਾਂ ਗਲਤ ਨਿਸ਼ਚਾ ਕੀ ਹੈ? ਕਿਉਂਕਿ ਮੈਂ ਸਰੀਰ ਹਾਂ, ਇਸ ਕਰਕੇ ਮੇਰੇ ਤੇ ਬੁਢਾਪਾ ਔਰ ਮੌਤ ਆਣੀ ਜ਼ਰੂਰੀ ਹੈ। 6ਵਾਂ ਗੁਰਮਤਿ ਦਾ ਸੱਚਾ ਸੁੱਚਾ ਨਿਸ਼ਚਾ। ਸਰੀਰ ਨੂੰ ਜ਼ਰੂਰ ਮੌਤ ਆਏਗੀ, ਪਰ तू शरीर नहीं जोत है, जो मर नहीं सकती अमर है। मरणहार ए जीरा नाही, मूई सुरत बाद अहंकार। ओ ना मूआ जो देखण हार। ਹੁਣ ਪੁੱਛਣ ਵਾਲੇ ਗੁਰਸਿੱਖ ਨੇ ਹੱਥ ਜੋੜ ਕੇ ਆਖਿਆ, ਐ ਮੇਰੇ ਪਰਮ ਮਿੱਤਰ, ਮੈਨੂੰ ਯਕੀਨ ਹੋ ਗਿਆ ਹੈ ਕਿ ਮਨ ਦੇ ਗਲਤ ਨਿਸ਼ਚੇ ਤਿਆਗ ਕੇ ਗੁਰੂ ਦੇ ਸੱਚੇ ਨਿਸ਼ਚੇ ਧਾਰਨ ਕਰਨ ਨਾਲ ਜੀਵਨ ਦਾ ਸਾਰਾ ਦ੍ਰਿਸ਼ਟੀਕੋਣ ਹੀ ਬਦਲ ਜਾਏਗਾ। ਜੀਵਨ ਇੱਕ ਲਗਾਤਾਰ ਬਹਾਰ, ਸਦੀਵੀ ਖੇੜਾ ਬਣ ਜਾਏਗਾ। ਹੁਣ ਮੈਨੂੰ ਇਹ ਦੱਸ ਕਿ ਮਨ ਦੇ ਗਲਤ ਨਿਸ਼ਚੇ ਤਿਆਗਣ ਔਰ ਗੁਰੂ ਦੇ ਦਰੁਸਤ ਨਿਸ਼ਚੇ ਧਾਰਨ ਕਰਨ ਮਗਰੋਂ ਮੈਂ ਕੀ ਕਰਾਂ? ਦੱਸਣ ਵਾਲੇ ਗੁਰਸਿੱਖ ਨੇ ਗੱਲ ਵਿੱਚ ਪੱਲਾ ਪਾ ਕੇ ਔਰ ਹੱਥ ਜੋੜ ਕੇ ਆਖਿਆ, ਹੇ ਗੁਰੂ ਕੇ ਸਵਾਰੇ ਗੁਰਸਿੱਖ, ਮਨ ਦੇ ਗਲਤ ਨਿਸ਼ਚੇ ਤਿਆਗ ਕੇ ਔਰ ਗੁਰੂ ਦੇ ਵਿਗਿਆਨਿਕ ਨਿਸ਼ਚੇ ਧਾਰਨ ਕਰਨ ਤੋਂ ਬਾਅਦ ਗੁਰਮਤਿ ਅਨੁਸਾਰ ਨਾਮ ਜਪਣਾ ਹੋਏਗਾ। ਉਸ ਅਵਸਥਾ ਵਿੱਚ ਜਪਿਆ ਨਾਮ ਮਨ ਵਿੱਚ ਨਿਵਾਸ ਕਰੇਗਾ, ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਏਗਾ ਔਰ ਮਨ ਦੇ ਪਿੱਛੇ ਲੁਕੀ ਮਹਾਨ ਚੇਤਨ ਕਲਾ ਸ਼੍ਰੀ ਵਾਹਿਗੁਰੂ ਜੀ ਦੇ ਦਰਸ਼ਨ ਕਰਾਵੇਗਾ। ਪੁੱਛਣ ਵਾਲਾ ਗੁਰਸਿੱਖ ਕਹਿੰਦਾ, ਗੁਰਮਤਿ ਅਨੁਸਾਰ ਨਾਮ ਕਿਵੇਂ ਜਪੀਦਾ ਹੈ? ਦੱਸਣ ਵਾਲਾ ਗੁਰਸਿੱਖ ਦੱਸ ਰਿਹਾ, ਨਾਮ ਜਪਣ ਤੋਂ ਪਹਿਲਾਂ ਨਾਮੀ ਯਾਨੀ ਕਿ ਵਾਹਿਗੁਰੂ ਜੀ ਦੇ ਗੁਣਾਂ ਜਾਂ ਸਿਫਤਾਂ ਦਾ ਪਤਾ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਫਤ ਸਲਾਹ ਦੇ ਬਹੁਤ ਸ਼ਬਦ ਹਨ, ਜਿਨ੍ਹਾਂ ਤੋਂ ਵਾਹਿਗੁਰੂ ਜੀ ਦੇ ਅਸਲ ਸੁਭਾਅ ਔਰ ਸਿਫਤਾਂ ਦਾ ਪਤਾ ਲੱਗ ਜਾਂਦਾ ਹੈ। ਸਰਬ ਗੁਣ ਨਿਧਾਨ, ਅਕਾਲ, ਨਿਰਭਉ, ਨਿਰਵੈਰ, ਅਜੂਨੀ, ਮਾਤ ਪਿਤਾ, ਸੰਗੀ, ਦਿਆਲੂ, ਕਿਰਪਾਲੂ। ਵਾਹਿਗੁਰੂ ਜੀ ਨੂੰ ਜਦੋਂ ਉਕਤ ਸਿਫਤਾਂ ਸਾਹਮਣੇ ਰੱਖ ਕੇ ਯਾਦ ਕਰਾਂਗੇ
ਤਾਂ ਜਾਂ ਨਾਮ ਜਪਾਂਗੇ, ਲਿਖਿਆ ਜਾਂ ਯਾਦ ਕਰਾਂਗੇ ਜਾਂ ਨਾਮ ਜਪਾਂਗੇ। ਐਵੇਂ ਸਾਹਮਣੇ ਵਾਹਿਗੁਰੂ ਨੂੰ ਐਵੇਂ ਰੱਖ ਕੇ, ਸਰਬ ਗੁਣ ਨਿਧਾਨ ਹੈ, ਅਕਾਲ ਹੈ, ਨਿਰਭਉ ਨਿਰਵੈਰ ਅਜੂਨੀ, ਮਾਤ ਪਿਤਾ ਸੰਗੀ ਦਿਆਲੂ ਔਰ ਕਿਰਪਾਲੂ। ਵਾਹਿਗੁਰੂ ਜੀ ਨੂੰ ਜਦੋਂ ਉਕਤ ਸਿਫਤਾਂ ਸਾਹਮਣੇ ਰੱਖ ਕੇ ਯਾਦ ਕਰਾਂਗੇ ਜਾਂ ਨਾਮ ਜਪੀਏ ਤਾਂ ਨਾਮ ਜਪਣ ਵਾਲਾ ਨਾਮੀ ਦਾ ਰੂਪ ਹੋਣਾ ਸ਼ੁਰੂ ਹੋ ਜਾਏਗਾ, ਜਾਂ ਵਾਹਿਗੁਰੂ ਜੀ ਦੀਆਂ ਸਿਫਤਾਂ ਨਾਮ ਜਪਣ ਵਾਲੇ ਵਿੱਚ ਪੈਦਾ ਹੋ ਜਾਣਗੀਆਂ। ਪਰ ਕਿਸੇ ਦਿਨ ਵਾਹਿਗੁਰੂ ਜੀ ਦੀ ਕਿਰਪਾ ਨਾਮ ਜਪਣ ਵਾਲਾ ਨਾਮੀ ਜਾਂ ਵਾਹਿਗੁਰੂ ਜੀ ਨਾਲ ਅਭੇਦ ਹੋ ਜਾਏਗਾ ਔਰ ਉਤਨਾ ਹੀ ਸੁਖੀ ਔਰ ਗੁਣਵਾਨ ਹੋ ਜਾਏਗਾ ਜਿਤਨਾ ਕਿ ਵਾਹਿਗੁਰੂ ਜੀ ਹਨ। ਇਹ ਗੁਰਸਿੱਖ ਗੁਰੂ ਘਰ ਵਿੱਚ ਮਨ ਦੀ ਮਤ ਤਿਆਗਣੀ ਔਰ ਗੁਰੂ ਦੀ ਮਤ ਧਾਰਨ ਕਰਕੇ ਨਾਮ ਕਮਾਈ ਕਰਨੀ ਸਭ ਤੋਂ ਉੱਚੀ ਔਰ ਜ਼ਰੂਰੀ ਭਗਤੀ ਹੈ। ਇਹ ਭਗਤੀ ਉਸ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੀ ਨੇਕ ਨੀਅਤੀ ਔਰ ਰਾਸਤੀ, ਮਿਹਨਤ ਔਰ ਨਿਰਮਾਣਤਾ ਵਾਹਿਗੁਰੂ ਜੀ ਦੀ ਮਿਹਰ ਜਾਂ ਕਿਰਪਾ ਦੇ ਕਾਨੂੰਨ ਨੂੰ ਹਰਕਤ ਵਿੱਚ ਲਿਆਵੇ। ਇਹ ਪਹਿਲੇ ਗੁਰੂ ਘਰ ਵਿੱਚ ਮਨ ਦੀ ਮਤ ਤਿਆਗਣੀ ਔਰ ਗੁਰੂ ਦੀ ਮਤ ਧਾਰਨ ਕਰਨ ਨਾਲ ਨਾਮ ਕਮਾਈ ਕਰਨੀ ਸਭ ਤੋਂ ਉੱਚੀ ਔਰ ਜ਼ਰੂਰੀ ਭਗਤੀ ਹੈ। ਇਹ ਭਗਤੀ ਉਸ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਕਿਹਨੂੰ, ਜਿਸ ਦੀ ਨੇਕ ਨੀਅਤ ਹੋਏ ਔਰ ਰਾਸਤੀ, ਮਿਹਨਤ ਔਰ ਨਿਰਮਾਣਤਾ ਵਾਹਿਗੁਰੂ ਜੀ ਦੀ ਮਿਹਰ ਜਾਂ ਕਿਰਪਾ ਦੇ ਕਾਨੂੰਨ ਨੂੰ ਹਰਕਤ ਵਿੱਚ ਲਿਆਵੇ। ਇਹ ਗੁਣ ਧਾਰਨ ਕਰਕੇ ਨੇਕ ਨੀਅਤੀ ਨਾਲ, ਮਿਹਨਤ ਔਰ ਨਿਰਮਾਣਤਾ ਵੀ ਵਾਹਿਗੁਰੂ ਜੀ ਦੀ ਮਿਹਰ ਜਾਂ ਕਿਰਪਾ ਦੇ ਕਾਨੂੰਨ ਨੂੰ ਹਰਕਤ ਵਿੱਚ ਲਿਆਵੇ। ਮੈਂ ਖੁਦ ਵਾਹਿਗੁਰੂ ਜੀ ਦੀ ਮਿਹਰ ਨਾਲ ਇਸ ਰਸਤੇ ਤੇ ਤੁਰਿਆ ਹਾਂ ਔਰ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਿਆ। ਹੁਣ ਮੈਨੂੰ ਵਾਹਿਗੁਰੂ ਜੀ ਦੀ ਪੂਰਨਤਾ ਔਰ ਬਹੁਤਾਤ ਦਾ ਐਸਾ ਗਿਆਨ ਹੋ ਗਿਆ ਹੈ ਕਿ ਅੱਗੇ ਲਈ ਤ੍ਰਿਸ਼ਨਾ ਦਾ ਮੇਰੇ ਅੰਦਰ ਪੈਦਾ ਹੋ ਸਕਣਾ ਅਸੰਭਵ ਹੋ ਗਿਆ ਹੈ। ਮੈਨੂੰ ਉਹ ਪੂਰਨ ਵਾਹਿਗੁਰੂ ਮਿਲਿਆ ਹੈ ਜਿਸ ਦੇ ਮਿਲਣ ਤੋਂ ਬਾਅਦ ਕਿਸੇ ਕਿਸਮ ਦੀ ਭੁੱਖ ਨਹੀਂ ਰਹਿੰਦੀ। ਇਹ ਹੈ ਗੁਰੂ ਉਪਦੇਸ਼ ਜੋ ਗੁਰੂ ਦੀ ਕਿਰਪਾ ਨਾਲ ਮੇਰੀ ਸਮਝ ਵਿੱਚ ਆਇਆ ਹੈ ਔਰ ਤੇਰੀ ਸੇਵਾ ਵਿੱਚ ਅਤਿਅੰਤ ਸਤਿਕਾਰ ਔਰ ਪਿਆਰ ਨਾਲ ਭੇਟਾ ਹੈ।